ਤਾਂ ਬੌਂਡ ਆਰਡਰ ਨੂੰ ਕੈਲਕੂਲੇਟ ਕਰਨ ਦੇ ਲਈ ਇੱਕ ਫਾਰਮੂਲਾ ਹੁੰਦਾ ਹੈ ਕਿ ਬੌਂਡ ਆਰਡਰ ਇਜ਼ ਇਕੁਅਲ ਟੂ ਟੋਟਲ ਨੰਬਰ ਆਫ ਬੌਂਡਸ ਬਾਈ ਦਾ ਨੰਬਰ ਆਫ ਰੈਜ਼ੋਨੇਟਿੰਗ ਸਟਰਕਚਰ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ CO2 ਦੀ। CO2 ਦੇ ਕੇਸ ਦੇ ਵਿੱਚ ਕੀ ਹੈ ਕਿ CO2 ਦਾ ਸਟਰਕਚਰ ਕੁਝ ਇਸ ਤਰ੍ਹਾਂ ਦੇ ਨਾਲ ਹੁੰਦਾ, ਠੀਕ ਹੈ। ਤਾਂ ਮਤਲਬ ਇਹਦੇ ਵਿੱਚ 2 ਰੈਜ਼ੋਨੇਟਿੰਗ ਸਟਰਕਚਰ ਹੈ ਅਤੇ ਨੰਬਰ ਆਫ ਬੌਂਡਸ ਕਿੰਨੇ ਆ 1 2 3 4 4/2। ਅਤੇ ਬੌਂਡ ਆਰਡਰ ਇਹਦਾ ਕਿੰਨਾ ਆ ਗਿਆ 2, ਠੀਕ ਹੈ। 2 ਬੌਂਡ ਆਰਡਰ ਹੈ ਫਸਟ ਦੇ ਲਈ। ਸੈਕਿੰਡ ਹੈਗਾ CO3 2 ਨੈਗੇਟਿਵ, CO3 2 ਨੈਗੇਟਿਵ। ਹੁਣ ਇਹਦੇ ਵਿੱਚ ਕੀ ਹੈ CO3 2 ਨੈਗੇਟਿਵ ਦਾ ਸਟਰਕਚਰ ਕਿਸ ਤਰੀਕੇ ਦਾ ਹੁੰਦਾ, CO ਡਬਲ ਬੌਂਡ O। ਤਾਂ ਇਹਦੇ ਵਿੱਚ ਨੰਬਰ ਆਫ ਬੌਂਡਸ ਕਿੰਨੇ ਆ 4, 2 + 1 + 1 2 ਇੱਥੇ 1 1 ਇੱਧਰ ਹੈ, ਬਾਈ ਨੰਬਰ ਆਫ ਰੈਜ਼ੋਨੇਟਿੰਗ ਸਟਰਕਚਰਸ ਇਹਦੀਆਂ 3 ਬਣਦੀਆਂ, 3 ਰੈਜ਼ੋਨੇਟਿੰਗ ਸਟਰਕਚਰਸ ਹੁੰਦੀਆਂ। ਤਾਂ ਇਹ ਕਿੰਨਾ ਆ ਗਿਆ 2 1 2 ਮਤਲਬ 4/3 ਇਕੁਅਲਸ ਟੂ 4/3। ਇਹ ਆ ਜਾਊਗਾ ਅਪਰੋਕਸੀਮੇਟਲੀ 1.33। ਸੋ CO3 ਨੈਗੇਟਿਵ ਦੇ ਲਈ ਜਿਹੜਾ ਬੌਂਡ ਆਰਡਰ ਹੈ ਉਹ ਕੀ ਹੈ 1.33। ਹੁਣ ਆਪਾਂ ਗੱਲ ਕਰਦੇ ਹਾਂ CO ਦੀ, ਕਾਰਬਨ ਮੋਨੋਆਕਸਾਈਡ ਦੀ। ਹੁਣ ਇਹਦੇ ਵਿੱਚ ਕੀ ਹੈ, ਇਹਦੇ 'ਚ ਰੈਜ਼ੋਨੇਟਿੰਗ ਸਟਰਕਚਰਸ ਪੋਸੀਬਲ ਨਹੀਂ ਹੈਗੀਆਂ, ਮਤਲਬ ਇਸ ਤਰੀਕੇ ਦੇ ਨਾਲ ਆਪਾਂ ਇਹਦਾ ਬੌਂਡ ਆਰਡਰ ਕੈਲਕੂਲੇਟ ਨਹੀਂ ਕਰ ਸਕਦੇ। ਇਹਦੇ ਲਈ ਆਪਾਂ ਨੂੰ ਮੋਲੀਕੂਲਰ ਆਰਬਿਟਲ ਥਿਊਰੀ ਦਾ ਯੂਜ਼ ਕਰਨਾ ਪਊਗਾ। ਤਾਂ ਉਹ ਕਿਵੇਂ ਹੋਊਗਾ, ਦੇਖੋ ਕਾਰਬਨ ਦਾ ਜਿਹੜਾ ਨੰਬਰ ਹੈ ਉਹ ਹੁੰਦਾ 6 ਅਤੇ ਇਹਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਹੁੰਦੀ ਹੈ 1s2 2s2 2p2। ਤਾਂ 2s2 2p2, ਠੀਕ ਹੈ। ਅਤੇ ਆਕਸੀਜਨ ਦਾ ਨੰਬਰ ਹੁੰਦਾ ਆਪਣੇ ਕੋਲ 8 ਅਤੇ ਇਹਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਹੁੰਦੀ ਹੈ 1s2 2p2 ਐਂਡ 2p4। 2s2 ਐਂਡ 2p4 2s2 2p4, ਠੀਕ। ਤਾਂ ਕੀ ਹੋਊਗਾ ਕਿ 2s ਦੇ ਵਿੱਚ ਤਾਂ ਹੁਣ ਆਪਾਂ ਕੀ ਕੈਲਕੂਲੇਟ ਕਰਨਾ ਹੈਗਾ ਬੌਂਡ ਆਰਡਰ। ਤਾਂ ਆਪਾਂ ਲਿਖ ਲੈਂਦੇ ਹਾਂ ਕਿ ਬੌਂਡਿੰਗ ਅਤੇ ਐਂਟੀ ਬੌਂਡਿੰਗ ਆਰਬਿਟਲਸ, ਜਿਵੇਂ ਐਂਟੀ ਬੌਂਡਿੰਗ ਅਤੇ ਬੌਂਡਿੰਗ। ਜਿਹੜੇ ਬੌਂਡਿੰਗ ਇਲੈਕਟ੍ਰੋਨਸ ਹੈ 2s ਦੇ ਕੇਸ ਦੇ ਵਿੱਚ ਉਹ ਤਾਂ ਹੋਣਗੇ 2 ਐਂਟੀ ਬੌਂਡਿੰਗ ਹੋਣਗੇ, 2 ਹੀ ਬੌਂਡਿੰਗ ਹੋਣਗੇ। ਜਦੋਂ ਆਪਾਂ P ਦੀ ਗੱਲ ਕਰਦੇ ਹਾਂ, P ਦੇ ਵਿੱਚ ਆਪਾਂ ਕੈਲਕੂਲੇਟ ਕਰਦੇ ਹਾਂ, ਇਸ ਕੇਸ ਦੇ ਵਿੱਚ ਕੀ ਹੈ 2p2, ਉਹਦੇ ਵਿੱਚ 2p4 ਹੈ। ਚਲੋ ਆਰਬਿਟਲਸ ਡਰਾ ਕਰ ਲਈਏ ਪਹਿਲਾਂ। ਦੇਖੋ 1 2 3 ਇਸ P ਦੇ ਹੋ ਗਏ, 1 2 3 2p4 ਦੇ ਹੋ ਗਏ। ਹੁਣ ਦੇਖੋ ਇਹਦੇ 'ਚ ਕਿੰਨੇ ਆ 2 ਇਲੈਕਟ੍ਰੋਨਸ ਹੈ, ਇਹਦੇ 'ਚ ਕਿੰਨੇ ਆ 4 ਇਲੈਕਟ੍ਰੋਨਸ ਹੈ, ਠੀਕ ਹੈ। ਹੁਣ ਕਿਵੇਂ ਹੁੰਦਾ ਹੈ ਮੋਲੀਕੂਲਰ ਆਰਬਿਟਲ 2 3 ਆਰਬਿਟਲ ਨੀਚੇ ਹੁੰਦੇ ਆ, 3 ਉੱਪਰ ਹੁੰਦੇ ਆ। 2 ਇਲੈਕਟ੍ਰੋਨ ਇੱਥੇ ਯੂਜ਼ ਹੋ ਗਏ ਇੱਧਰਲੇ, ਜਦੋਂ ਇੱਧਰਲੇ ਯੂਜ਼ ਕਰਾਂਗੇ 1 ਇੱਧਰਲੇ 2 ਇੱਧਰ ਹੋ ਗਏ, 3 ਇੱਧਰ ਹੋ ਗਏ, 1 ਰਹਿ ਗਿਆ, 1 ਉੱਪਰ ਚਲਾ ਗਿਆ। ਮਤਲਬ ਜਿਹੜੇ ਐਂਟੀ ਬੌਂਡਿੰਗ ਇਹਦੇ 'ਚ 1 ਹੈ, 1 ਮਿੰਟ 1 2 1 2 3 ਅਤੇ 4 ਉੱਪਰ ਨਹੀਂ ਜਾਊਗਾ ਕੋਈ ਵੀ, ਨੀਚੇ ਯੂਜ਼ ਹੋ ਜਾਣਗੇ ਸਾਰੇ। ਦੇਖੋ ਇੱਧਰ ਟੋਟਲ ਇਲੈਕਟ੍ਰੋਨ ਕਿੰਨੇ ਆ 4 5 6, ਤਾਂ ਇੱਥੇ ਵੀ 6 ਹੈ। ਤਾਂ ਜਿਹੜਾ ਹੋ ਗਿਆ ਆਪਣਾ ਐਂਟੀ ਬੌਂਡਿੰਗ 2p ਦੇ ਕੇਸ 'ਚੋਂ ਤਾਂ 0 ਹੈ, ਬੌਂਡਿੰਗ ਦੇ ਕੋਲ ਕਿੰਨੇ ਆ 6 ਇਲੈਕਟ੍ਰੋਨਸ ਹੈ, ਠੀਕ। ਤਾਂ ਬੌਂਡ ਆਰਡਰ ਕੀ ਹੁੰਦਾ ਹੈ, ਬੌਂਡ ਆਰਡਰ ਹੁੰਦਾ ਆਪਣੇ ਕੋਲ ਮੋਲੀਕੂਲਰ ਆਰਬਿਟਲ ਥਿਊਰੀ ਦੇ ਵਿੱਚ ਕਿ ਬੌਂਡਿੰਗ ਮਾਈਨਸ ਐਂਟੀ ਬੌਂਡਿੰਗ। ਬੌਂਡਿੰਗ ਇਲੈਕਟ੍ਰੋਨ ਕਿੰਨੇ ਆ 8,
8 - 2/2 मतलब 6/2 6/2 6/2 ਕਿੰਨਾ ਹੋ ਗਿਆ 3। दैट मीनस ਜਿਹੜਾ ਕਾਰਬਨ ਮੋਨੋਆਕਸਾਈਡ ਦਾ ਬੌਂਡ ਆਰਡਰ ਹੈ ਉਹ ਆਪਣੇ ਕੋਲ ਕੀ ਆਇਆ 3 ਆਇਆ। ਕਿੰਨਾ ਆਇਆ 3 ਆਇਆ। ਠੀਕ ਹੈ ਤੇ ਸੀ ਦੇ ਲਈ ਆਪਾਂ ਐਵੇਂ ਸਿਮਿਲਰਲੀ ਜਿਹੜਾ ਨੰਬਰ ਆਫ ਰੈਜ਼ੋਨੇਟਿੰਗ ਸਟਰਕਚਰਸ ਦੇ ਅਕੋਰਡਿੰਗ ਆਪਾਂ ਕੈਲਕੂਲੇਟ ਕਰਾਂਗੇ ਤਾਂ ਉਹ ਆਊਗਾ 1.5। ਹੁਣ ਤੁਹਾਡੇ ਸਾਹਮਣੇ ਹੈ ਕਿ ਕਿਹਦਾ ਬੌਂਡ ਆਰਡਰ ਸਭ ਤੋਂ ਜ਼ਿਆਦਾ ਹੈ। ਕਿਹਦਾ ਬੌਂਡ ਆਰਡਰ ਸਭ ਤੋਂ ਜ਼ਿਆਦਾ ਹੈ ਕਾਰਬਨ ਮੋਨੋਆਕਸਾਈਡ ਦਾ 3 ਹੈ ਤੇ ਇਹਦੀ ਬੌਂਡ ਲੈਂਥ ਕੀ ਹੋਊਗੀ ਮਿਨੀਮਮ ਹੋਊਗੀ। ਆਨਸਰ ਆਪਣਾ ਕੀ ਹੈ ਡੀ। ਅੰਡਰਸਟੈਂਡ। नेक्स्ट क्वेश्चन है मॉलिक्यूल्स आर हेल्ड टुगेदर इन अ क्रिस्टल बाय हाइड्रोजन बॉन्ड। बी ऑप्शन इलेक्ट्रोस्टैटिक अट्रैक्शन, सी वंडर वॉल अट्रैक्शन, डी डायपोल अट्रैक्शन। तो इसका आंसर की है वंडर वॉल अट्रैक्शन। सी ऑप्शन इज़ करेक्ट ऑप्शन। नेक्स्ट क्वेश्चन है कि sp3d2 hybridization is present in cobalt NH363 positive find its geometry। ਹੁਣ ਆਪਾਂ ਨੂੰ ਪਤਾ ਹੀ ਹੈ ਕਿ ਜਿੱਥੇ 6 ਨਾਲ ਲਿਗੈਂਡ ਲੱਗੇ ਹੋਣ ਸੈਂਟਰਲ ਮੈਟਲ ਐਟਮ ਦੇ ਉਹਦੀ ਜਿਓਮੈਟਰੀ ਕਿੰਨੀ ਹੁੰਦੀ ਹੈ ਆਕਟਾਹੀਡਰਲ ਜਿਓਮੈਟਰੀ ਹੁੰਦੀ ਹੈ। ਉਹਦੀ ਜਿਓਮੈਟਰੀ ਕੀ ਹੁੰਦੀ ਹੈ ਆਕਟਾਹੀਡਰਲ। ਤਾਂ ਇਹਦਾ ਰਾਈਟ ਆਨਸਰ ਕੀ ਹੈ ਏ। ਅੱਗੇ ਹੈ ਕਿ ਫਾਈਂਡ ਦਾ ਮੋਲੀਕਿਊਲ ਵਿਦ ਮੈਕਸੀਮਮ ਡਾਈਪਲ ਮੂਵਮੈਂਟ। ਹੁਣ ਆਪਾਂ ਉਹ ਮੋਲੀਕਿਊਲ ਦੱਸਣਾ ਜਿਹਦੀ ਡਾਈਪਲ ਮੂਵਮੈਂਟ ਹੈ ਜਿਹੜੀ ਉਹ ਮੈਕਸੀਮਮ ਹੋਊਗੀ। ਤਾਂ ਆਪਾਂ 1 by 1 ਡਿਸਕਸ ਕਰਦੇ ਹਾਂ ਹਰ ਇੱਕ ਮੋਲੀਕਿਊਲ ਦੀ ਡਾਈਪਲ ਮੂਵਮੈਂਟ। ਹੁਣ ਦੇਖੋ ਜੇਕਰ ਆਪਾਂ CO2 ਦੀ ਗੱਲ ਕਰੀਏ, CO2 ਇੱਕ ਲੀਨੀਅਰ ਮੋਲੀਕਿਊਲ ਹੈ। ਦੇਖੋ ਇਹਦੇ ਦੋਨੇ ਪਾਸੇ ਸਿਮੈਟ੍ਰਿਕ ਤਰੀਕੇ ਨਾਲ ਆਕਸੀਜਨ ਲੱਗੀ ਹੋਈ ਹੈ, ਮਤਲਬ ਜਿਹੜਾ ਇਫੈਕਟ ਹੋਊਗਾ ਡਾਈਪੋਲ ਮੂਵਮੈਂਟ ਦਾ ਉਹ ਇਹਦੇ 'ਚ ਕੈਂਸਲ ਹੋ ਜਾਊਗਾ। ਮਤਲਬ ਇਹਦੇ 'ਚ ਤਾਂ ਡਾਈਪੋਲ ਮੂਵਮੈਂਟ ਹੈ ਜਿਹੜੀ ਉਹ 0 ਹੀ ਆ ਜਾਊਗੀ ਇਸ ਕੇਸ ਦੇ ਵਿੱਚ ਤਾਂ, ਹੈ ਨਾ। ਤਾਂ CO2 ਦੀ ਤਾਂ ਡਾਈਪੋਲ ਮੂਵਮੈਂਟ 0 ਹੀ ਹੈ। ਅੱਗੇ ਜੇਕਰ ਆਪਾਂ CH4 ਦੀ ਗੱਲ ਕਰੀਏ, ਠੀਕ ਹੈ, CH4 ਦੇ ਵਿੱਚ ਕੀ ਹੈ ਕਿ ਇਹਦੀ ਸਟਰਕਚਰ ਕੀ ਹੁੰਦੀ ਹੈ CH4 ਦੀ ਟੈਟਰਾਹਾਈਡਰਲ ਹੁੰਦੀ ਹੈ ਲਾਈਕ ਦਿਸ। ਅਮੋਨੀਆ ਦੀ ਸਟਰਕਚਰ ਹੈ ਜਿਹੜੀ। ਹੁਣ ਜਿਹੜਾ CH4 ਹੈ ਉਹ ਮੋਰ ਇਲੈਕਟ੍ਰੋਨੈਗੇਟਿਵ ਹੈ, ਠੀਕ ਹੈ। CH4 ਨੂੰ ਆਪਾਂ ਮੋਰ ਇਲੈਕਟ੍ਰੋਨੈਗੇਟਿਵ ਮੰਨ ਕੇ ਚੱਲਦੇ ਹਾਂ, ਪਰ ਇਹ ਅਮੋਨੀਆ ਤੋਂ ਘੱਟ ਇਲੈਕਟ੍ਰੋਨੈਗੇਟਿਵ ਹੈ। ਅਮੋਨੀਆ CH4 ਤੋਂ ਵੀ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ। ਸੋ ਜਿਹੜਾ ਨਾਈਟ੍ਰੋਜਨ ਹੈ ਉਹ ਜ਼ਿਆਦਾ ਇਲੈਕਟ੍ਰੋਨ ਅਟਰੈਕਟ ਕਰੂਗਾ ਅਤੇ ਉਹਦੀ ਮੈਕਸੀਮਮ ਡਾਈਪੋਲ ਮੂਵਮੈਂਟ ਹੋਊਗੀ। ਹੁਣ ਜੇ ਆਪਾਂ ਇਹਨਾਂ ਦੋਨਾਂ ਦਾ ਕੰਪੈਰੀਜ਼ਨ ਕਰਕੇ ਦੇਖਿਆ ਤਾਂ ਆ ਤਾਂ ਬਾਹਰ ਹੀ ਨਿਕਲ ਗਿਆ, CH4 ਤਾਂ ਆਊਟ ਹੋ ਗਿਆ, ਅਮੋਨੀਆ ਰਹਿ ਗਿਆ। ਮਤਲਬ ਹੁਣ ਆਪਾਂ ਕਿਹਦੇ ਵਿੱਚ ਡਾਈਪੋਲ ਮੂਵਮੈਂਟ ਦੇਖਣੀ ਹੈ, ਅਮੋਨੀਆ ਅਤੇ NF3 ਦੇ ਵਿੱਚ, ਠੀਕ ਹੈ। ਹੁਣ ਦੇਖੋ CO2 ਕੈਂਸਲ ਹੋ ਗਿਆ, CH4 ਕੈਂਸਲ ਹੋ ਗਿਆ, ਬਚੇ ਕਿਹੜੇ NH3 ਅਤੇ NF3। ਹੁਣ ਇਹਨਾਂ ਦੇ ਵਿੱਚ ਕੰਪੇਅਰ ਕਰਕੇ ਦੇਖਦੇ ਹਾਂ। ਹੁਣ ਦੇਖੋ NF3 ਦੇ ਵਿੱਚ ਫਲੋਰੀਨ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ, ਠੀਕ ਹੈ। ਤਾਂ ਇਹਦੇ 'ਚ ਕੀ ਹੋਊਗਾ ਕਿ ਸਾਰੇ ਹੀ ਉਹ ਫਲੋਰੀਨ ਕੀ ਕਰੂਗਾ, ਉੱਧਰੋਂ ਨਾਈਟ੍ਰੋਜਨ ਵੀ ਇਲੈਕਟ੍ਰੋਨੈਗੇਟਿਵ ਹੈ, ਫਲੋਰੀਨ ਵੀ ਇਲੈਕਟ੍ਰੋਨੈਗੇਟਿਵ ਹੈ। ਫਲੋਰੀਨ ਆਪਦੇ ਵਾਲੇ ਇਲੈਕਟ੍ਰੋਨਸ ਖਿੱਚਣ ਦੀ ਕੋਸ਼ਿਸ਼ ਕਰੂਗਾ, ਡਾਈਪੋਲ ਮੂਵਮੈਂਟ ਘੱਟ ਜੂਗੀ। ਅਮੋਨੀਆ ਦੇ ਕੇਸ 'ਚ ਕੀ ਹੈ, ਜਿਹੜਾ ਨਾਈਟ੍ਰੋਜਨ ਆ ਉਹ ਇਲੈਕਟ੍ਰੋਨੈਗੇਟਿਵ ਹੈ ਬਟ ਹਾਈਡਰੋਜਨ ਨਹੀਂ ਹੈਗਾ, ਤਾਂ ਡਾਈਪੋਲ ਮੂਵਮੈਂਟ ਅਮੋਨੀਆ ਦੇ ਕੇਸ 'ਚ ਜ਼ਿਆਦਾ ਹੋਊਗੀ, ਫਲੋਰੀਨ ਦੇ ਕੇਸ 'ਚ ਨਹੀਂ ਹੋਊਗੀ। ਆਨਸਰ ਕਰੈਕਟ ਕੀ ਹੋਊਗਾ ਬੀ ਆਨਸਰ ਕਰੈਕਟ ਹੋਊਗਾ। नेक्स्ट क्वेश्चन है MX6 is a molecule with octahedral geometry. How many XMX bonds are at 180 degree? ਹੁਣ ਦੇਖੋ octahedral geometry ਬਣਦੀ ਕਿਵੇਂ ਆ, ਪਹਿਲਾਂ ਤੁਸੀਂ ਇਹ ਦੇਖੋ ਕਿ ਮੰਨ ਲਓ ਇਹ ਆਪਣਾ M ਹੈ, ਠੀਕ ਹੈ। ਇੱਕ ਬੌਂਡ ਐਵੇਂ ਬਣਦਾ ਅਤੇ ਇਸ ਤਰੀਕੇ ਨਾਲ ਬਣਦੇ ਆ, ਸੌਰੀ H ਨਹੀਂ ਸੀਗਾ X ਹੀ ਸੀ, ਠੀਕ ਹੈ। ਹੁਣ ਦੇਖੋ ਕਿੰਨੇ ਕਾਊਂਟ ਕਰ ਲਓ, 1 2 3। ਆਨਸਰ ਕੀ ਹੋਊਗਾ C।
ਇਸ ਕੁਐਸਚਨ ਨੂੰ ਕਰਨ ਦੇ ਦੋ ਤਰੀਕੇ ਹੋ ਸਕਦੇ ਆ। ਇੱਕ ਤਾਂ ਇਹ ਕਿ ਆਪਾਂ ਇਹਦੀ ਸਟਰਕਚਰ ਡਰਾ ਕਰੀਏ, 2s ਆਰਬਿਟਲ ਲਿਖੀਏ, sp3 ਆਰਬਿਟਲਸ ਇਸੇ ਤਰ੍ਹਾਂ ਫਾਈਂਡ ਕਰੀਏ ਕਿ 2s ਆਰਬਿਟਲ ਆਪਾਂ ਲਿਖੀਏ, ਫਿਰ ਆਪਾਂ 2p ਆਰਬਿਟਲ ਬਣਾਈਏ, ਫਿਰ ਉਹਦੇ ਵਿੱਚ ਜਿਵੇਂ ਅਮੋਨੀਆ ਦਾ ਜਿਹੜਾ ਨੰਬਰ ਹੈ ਉਹ 7 ਹੈ, ਇਲੈਕਟ੍ਰੋਨਿਕ ਕੌਨਫੀਗਰੇਸ਼ਨ ਹੈ 1s2 2s2 2p3 ਹੈ ਨਾ। ਤਾਂ 2s2 ਦੇ ਵਿੱਚ 2 ਇਲੈਕਟ੍ਰੋਨ ਫਿਲ ਕਰੀਏ, ਫਿਰ 3 ਇਲੈਕਟ੍ਰੋਨ ਇਹਦੇ 'ਚ ਫਿਲ ਕਰੀਏ, ਫਿਰ ਐਕਸਾਈਟਡ ਸਟੇਟ 'ਚ ਜਾਈਏ। ਇਸ ਤਰ੍ਹਾਂ ਨਾਲ ਆਪਾਂ ਇਸ ਤਰੀਕੇ ਦੇ ਨਾਲ ਜਿਹੜੀ ਹਾਈਬ੍ਰਿਡਾਈਜੇਸ਼ਨ ਹੈ ਉਹ ਫਾਈਂਡ ਕਰੀਏ। ਹੁਣ ਇਹਦੇ ਵਿੱਚ ਦੇਖੋ NH3 ਦੇ ਵਿੱਚ ਕੀ ਹੈ, ਹਾਈਡਰੋਜਨਸ ਮਤਲਬ 3 ਜਿਹੜੇ ਮੋਨੋਵੈਲੈਂਟ ਹਾਈਡਰੋਜਨਸ ਆ ਉਹ ਆ ਕੇ ਇਹਦੇ ਨਾਲ ਅਟੈਚ ਹੋਇਆ। ਦੈਟ ਮੀਨਸ ਇੱਕ ਨਾਈਟ੍ਰੋਜਨ ਦੇ ਕੋਲ ਲੋਨ ਪੇਅਰ ਹੋ ਜਾਂਦਾ ਅਤੇ 3p ਆਰਬਿਟਲਸ ਆ ਜਿਹੜੇ ਉਹ ਯੂਜ਼ ਹੋ ਜਾਂਦੇ ਆ। ਤਾਂ ਇਹਦੀ ਹਾਈਬ੍ਰਿਡਾਈਜੇਸ਼ਨ ਹੈ ਜਿਹੜੀ ਉਹ sp3 ਹੋ ਜਾਂਦੀ ਹੈ। ਤਾਂ ਇੱਕ ਤਾਂ ਤਰੀਕਾ ਇਹ ਹੈ ਕਿ ਆਪਾਂ ਹਾਈਬ੍ਰਿਡਾਈਜੇਸ਼ਨ ਇਸ ਤਰੀਕੇ ਨਾਲ ਫਾਈਂਡ ਕਰ ਲਈਏ। ਇਹ ਤਰੀਕਾ ਕੀ ਹੈ, ਟਾਈਮ ਕੰਜ਼ਿਊਮਿੰਗ ਵੀ ਹੈ ਅਤੇ ਮਤਲਬ ਆਪਾਂ ਦੇਖੋ ਚਾਰ ਵੀ ਨਹੀਂ, ਆਪਸ਼ਨਸ 'ਚ ਦੇਖੋ ਤੁਸੀਂ 8 ਜਿਹੜੇ ਮੋਲੀਕੂਲ ਉਹਨਾਂ ਦੀ ਹਾਈਬ੍ਰਿਡਾਈਜੇਸ਼ਨ ਫਾਈਂਡ ਕਰਨੀ ਹੈ। ਇਸ ਤਰੀਕੇ ਨਾਲ ਕਰਾਂਗੇ ਬਹੁਤ ਟਾਈਮ ਲੱਗ ਜੂਗਾ, ਬਟ ਫਿਰ ਵੀ ਜੇ ਤੁਸੀਂ ਇਸੇ ਤਰੀਕੇ ਨਾਲ ਹਾਈਬ੍ਰਿਡਾਈਜੇਸ਼ਨ ਫਾਈਂਡ ਕਰਨੀ ਆ ਤਾਂ ਤੁਸੀਂ ਕਰ ਲਿਓ। ਮੈਂ ਤੁਹਾਨੂੰ ਇੱਕ ਹੋਰ ਤਰੀਕਾ ਦੱਸਦੀ ਹਾਂ। ਉਹ ਤਰੀਕਾ ਕੀ ਹੈ ਕਿ ਜੇ ਤੁਸੀਂ ਹਾਈਬ੍ਰਿਡਾਈਜੇਸ਼ਨ ਕੱਢਣੀ ਹੈ ਤਾਂ ਤੁਸੀਂ n ਦੀ ਵੈਲਿਊ ਫਾਈਂਡ ਕਰ ਲਓਗੇ। ਠੀਕ ਆ, n ਦੀ ਵੈਲਿਊ ਫਾਈਂਡ ਕਰ ਲਓਗੇ। n ਦੀ ਵੈਲਿਊ ਫਾਈਂਡ ਕਰ ਲਾਂਗੇ ਆਪਾਂ। ਤਾਂ n ਦੀ ਵੈਲਿਊ ਫਾਈਂਡ ਕਰਨ ਦਾ ਤਰੀਕਾ ਕੀ ਹੈ, n ਦੀ ਵੈਲਿਊ ਫਾਈਂਡ ਕਰਨ ਦਾ ਤਰੀਕਾ ਹੈ n is equal to 1/2 number of valence electron plus number of monovalent atoms minus charge on cation plus charge on anion। ਇਹ ਫਾਰਮੂਲਾ ਹੈ n ਦੀ ਵੈਲਿਊ ਫਾਈਂਡ ਕਰਨ ਦਾ। ਹੁਣ ਮੈਂ ਤੁਹਾਨੂੰ ਇੱਕ ਟੇਬਲ ਦੱਸਦੀ ਹਾਂ, ਉਹਨੂੰ ਨੋਟ ਕਰ ਲਿਓ। ਅਗਰ n ਦੀ ਵੈਲਿਊ 2 ਆਉਂਦੀ ਹੈ, ਅਗਰ n ਦੀ ਵੈਲਿਊ 2 ਆਉਂਦੀ ਹੈ, ਅਗਰ n ਦੀ ਵੈਲਿਊ 2 ਆਈ ਹੈ, ਹਾਈਬ੍ਰਿਡਾਈਜੇਸ਼ਨ ਹੋਊਗੀ sp। ਅਗਰ n ਦੀ ਵੈਲਿਊ 3 ਆਈ ਹੈ, ਹਾਈਬ੍ਰਿਡਾਈਜੇਸ਼ਨ ਹੋਊਗੀ sp2। ਅਗਰ n ਦੀ ਵੈਲਿਊ 4 ਆ ਗਈ, ਹਾਈਬ੍ਰਿਡਾਈਜੇਸ਼ਨ ਹੋਊਗੀ sp3। n ਦੀ ਵੈਲਿਊ 5 ਆਉਣ 'ਤੇ ਹਾਈਬ੍ਰਿਡਾਈਜੇਸ਼ਨ ਹੋਊਗੀ sp3d। ਠੀਕ, ਅਗਰ n ਦੀ ਵੈਲਿਊ ਆ ਗਈ 6, ਹਾਈਬ੍ਰਿਡਾਈਜੇਸ਼ਨ ਆਊਗੀ sp3d2। ਅਗਰ n ਦੀ ਵੈਲਿਊ ਆਈ 7, ਹਾਈਬ੍ਰਿਡਾਈਜੇਸ਼ਨ ਆਊਗੀ sp3d3। ਠੀਕ, ਹੁਣ ਦੇਖੋ, ਹੁਣ ਆਪਾਂ ਅਮੋਨੀਆ ਦੀ ਗੱਲ ਕਰਦੇ ਹਾਂ। ਅਮੋਨੀਆ ਦਾ ਕੈਲਕੂਲੇਟ ਕਰਨਾ ਹੈ ਆਪਾਂ ਹਾਈਬ੍ਰਿਡਾਈਜੇਸ਼ਨ। ਦੇਖੋ n ਦਾ ਫਾਰਮੂਲਾ ਆਪਾਂ ਕੀ ਲਿਖਿਆ ਸੀਗਾ ਕਿ n ਦਾ ਫਾਰਮੂਲਾ ਕੀ ਹੈ, 1/2 ਵੈਲੈਂਸ ਇਲੈਕਟ੍ਰੋਨਸ ਪਲੱਸ ਮੋਨੋਵੈਲੈਂਟ ਆਇਨਸ, ਨੰਬਰ ਆਫ ਮੋਨੋਵੈਲੈਂਟ ਆਇਨਸ ਮਾਈਨਸ ਚਾਰਜ ਔਨ ਕੈਟਾਇਨ ਪਲੱਸ ਚਾਰਜ ਔਨ ਐਨਾਇਨ। ਇਹ ਜਿਹੜਾ ਇਹ ਫਾਰਮੂਲਾ ਹੈ n ਕੱਢਣ ਦਾ। ਤਾਂ ਅਮੋਨੀਆ ਦੀ ਜੇ ਗੱਲ ਕਰੀਏ, ਅਮੋਨੀਆ ਦਾ ਨੰਬਰ ਕਿੰਨਾ 7, ਹਾਈਬ੍ਰਿਡਾਈਜੇਸ਼ਨ ਕੀ ਹੈ, ਕੌਨਫੀਗਰੇਸ਼ਨ ਕੀ ਹੈ 1s2 2s2 2p3। ਤਾਂ ਵੈਲੈਂਸ ਸ਼ੈਲ ਦੇ ਵਿੱਚ ਉਹਦੇ 'ਚ ਇਲੈਕਟ੍ਰੋਨ ਕਿੰਨੇ ਆ, 5 ਹੈ ਜਿਹੜੇ ਵੈਲੈਂਸ ਇਲੈਕਟ੍ਰੋਨਸ ਹੈ। ਤਾਂ 5 ਵੈਲੈਂਸ ਇਲੈਕਟ੍ਰੋਨ, ਹਾਈਡਰੋਜਨ ਮੋਨੋਵੈਲੈਂਟ ਹੈ ਪਲੱਸ 3 ਮੋਨੋਵੈਲੈਂਟ ਆਇਨਸ ਹੈ, ਮਾਈਨਸ ਚਾਰਜ ਕਿੰਨਾ ਹੈ ਕੈਟਾਇਨ 'ਤੇ 0, ਐਨਾਇਨ 'ਤੇ ਚਾਰਜ 0, 5 ਤੇ 3 8, 8/2 ਕਿੰਨਾ ਆ ਗਿਆ 4। ਤਾਂ ਆਪਾਂ ਕੀ ਕਿਹਾ ਸੀਗਾ ਕਿ ਜੇ 4 ਵੈਲਿਊ ਆ ਜਾਂਦੀ ਹੈ ਤਾਂ ਆਪਾਂ ਮੰਨ ਲੈਂਦੇ ਹਾਂ ਕਿ ਜਿਹੜੀ ਹਾਈਬ੍ਰਿਡਾਈਜੇਸ਼ਨ ਹੈ ਉਹ ਕਿੰਨੀ ਹੈ, sp3। ਅਮੋਨੀਆ ਦੀ ਹਾਈਬ੍ਰਿਡਾਈਜੇਸ਼ਨ ਕਿੰਨੀ ਆ ਗਈ, sp3। ਹੁਣ ਆਪਾਂ ਗੱਲ ਕਰਦੇ ਹਾਂ
NO2 ਨੈਗੇਟਿਵ ਦੀ। NO2 ਨੈਗੇਟਿਵ 1/2, वैलेंस इलेक्ट्रॉन्स 5, नंबर ऑफ मोनोवैलेंट आयन्स ऑक्सीजन तो डाइवैलेंट होंदा, मोनोवैलेंट आयन 0, चार्ज ऑन कैटायन 0, चार्ज ऑन एनायन 1, 1/2, 5 and 1 6, 6/2, 3। अगर वैल्यू 3 आती है तो हाइब्रिडाइजेशन की हो जाती है sp2, तो यदी हाइब्रिडाइजेशन की है sp2। आपां केड़ा फाइंड करना है एटम, केड़ा पेयर फाइंड करना है जिहदी sp2 हाइब्रिडाइजेशन होगी। तो फस्ट आंसर तो नहीं हो सकता, फस्ट आंसर है जिहड़ा वो नहीं बन सकता अपना। तो BF3 बारे गल करते हैं। हुण देखो बोरन का नंबर कितना होंदा है, बोरन का नंबर होंदा है 5, हाइब्रिडाइजेशन की होगी उसदी 1s2 2s2 2p1। वैलेंस इलैक्ट्रॉन्स किन्ने हो गए वैलेंस इलैक्ट्रॉन्स बोरन के केस 3, 1/2, वैलेंस इलैक्ट्रॉन्स 3, नंबर ऑफ मोनोवैलेंट आयन्स 3, चार्ज ऑन कैटायन 0 एंड चार्ज ऑन एनायन भी की है 0 है। 3 + 3 6, 6/2 कितना आ गया 3 आ गया, 3 आ गया। दैट मीनस BF3 दी जिहड़ी BF3 दी जिहड़ी हाइब्रिडाइजेशन है वो की हो जाएगी, फस्ट ऑप्शन तो जिहड़ी वो कैंसल होगी। सैकेंड ऑप्शन दे विच BF3 दी हाइब्रिडाइजेशन की है sp2। हुण आपां गल करदे हां NH2 नैगेटिव दी। अमोनीया देखो नाइट्रोजन का जिहड़ा वैलेंस इलैक्ट्रॉन्स है 5, मोनोवैलेंट आयन्स 2, चार्ज ऑन कैटायन 0, चार्ज ऑन कैटायन 0, चार्ज ऑन एनायन 1। 5 + 2 + 1 it becomes 8, 8/2 आ गया 4। जे इलैक्ट्रॉन्स n की वैल्यू 4 है तो हाइब्रिडाइजेशन की है sp3, n की वैल्यू 4, हाइब्रिडाइजेशन इज sp3। तो ये भी दोनों की जी हाइब्रिडाइजेशन है वो sp2 नहीं आई, तो फस्ट ऑप्शन भी गलत होगी, सैकेंड भी गलत होगी। हुण देखो BF3 की हाइब्रिडाइजेशन कितनी आई सी sp2, NO2 की हाइब्रिडाइजेशन कितनी आई सी NO2 नैगेटिव की sp2। तो करैक्ट ऑप्शन अपना की हो गया सी हो गया। वाटर की आपां जनरली पता ही होंदा है कि इसकी sp3 हाइब्रिडाइजेशन है। ठीक है, तो ये सीगा अपना क्वेश्चन। नैक्सट क्वेश्चन है कि 7th क्वेश्चन फॉर्मल चार्ज एंड PO बॉन्ड ऑर्डर इन PO4 3 नैगेटिव रिस्पैक्टिवली आर। आपां इहदे विच की फाइंड करना है, एक तो आपां फाइंड करना है फॉर्मल चार्ज, दूसरा आपां ने फाइंड करना है बॉन्ड ऑर्डर इहदा। ठीक है, हुण बॉन्ड ऑर्डर आपां ने की कहा सीगा कि बॉन्ड ऑर्डर की हुंदा है, बॉन्ड ऑर्डर हुंदा है नंबर ऑफ बॉन्ड्स। बॉन्ड ऑर्डर का फार्मूला की है, बॉन्ड ऑर्डर इक्वल्स टू नंबर ऑफ बॉन्ड्स के टोटल नंबर ऑफ बॉन्ड्स किन्ने हैं। ठीक है, बाय द रेजोनेटिंग स्ट्रक्चर्स किन्ने। ठीक है, ये सीगा फार्मूला। हुण आपां करदे हां कैलकुलेट। देखो जिहड़ा PO4 3 नैगेटिव है उहदियां रेजोनेटिंग स्ट्रक्चर्स आपां फाइंड करनियां कि किन्नियां नंबर ऑफ बॉन्ड्स पहलां देखदे हां। देखो PO4 ने 3 नैगेटिव का जिहड़ा स्ट्रक्चर है वो किस तरह का होंदा है, वो नीचे है जिहड़ा वो डबल बॉन्ड, ये कुछ इस तरीके का स्ट्रक्चर होंदा है। इस तरह उहदे लोन पेयर लगे होंदे आ ऑक्सीजन के उपर, ये डबल बॉन्ड है तो ये 2 ही लोन पेयर होंगे। नंबर ऑफ बॉन्ड्स काउंट करो किन्ने 1 2 3 4 5,
5 है ਜਿਹੜੀ ਉਹ ਨੰਬਰ ਆਫ ਬੌਂਡਸ ਹੈ, ਟੋਟਲ ਨੰਬਰ ਆਫ ਬੌਂਡਸ ਕਿੰਨੇ ਆ 5, ਟੋਟਲ ਨੰਬਰ ਆਫ ਬੌਂਡਸ 5 ਹੈ। ਹੁਣ ਦੇਖੋ ਇਹਦੀਆਂ ਰੈਜ਼ੋਨੇਟਿੰਗ ਸਟਰਕਚਰ ਕਿੰਨੀਆਂ ਬਣ ਸਕਦੀਆਂ, ਦੁਬਾਰਾ ਡਰਾ ਕਰਦੀ ਹਾਂ ਮੈਂ। ਰੈਜ਼ੋਨੇਟਿੰਗ ਸਟਰਕਚਰਸ ਕਿੰਨੀਆਂ ਬਣ ਸਕਦੀਆਂ, ਪੀ ਡਬਲ ਬੌਂਡ ਉੱਪਰ ਵੀ ਆ ਸਕਦਾ ਹੈ, ਇਸ ਸਾਈਡ 'ਤੇ ਵੀ ਜਾ ਸਕਦਾ, ਇੱਧਰ ਵੀ ਜਾ ਸਕਦਾ, ਇੱਧਰ ਵੀ ਜਾ ਸਕਦਾ। ਰੈਜ਼ੋਨੇਟਿੰਗ ਸਟਰਕਚਰ ਇਸੇ ਤਰ੍ਹਾਂ ਨੰਬਰ ਆਫ ਬੌਂਡਸ ਇਹਦੇ ਵਿੱਚ 5 ਹੋ ਗਏ, ਰੈਜ਼ੋਨੇਟਿੰਗ ਸਟਰਕਚਰਸ ਆ ਜਿਹੜੀਆਂ ਇਹਦੇ 'ਚ ਹੋ ਜਾਣਗੀਆਂ 4। ਓਕੇ, ਤਾਂ 5/4 ਤਾਂ ਬੌਂਡ ਆਰਡਰ ਕੀ ਹੋਊਗਾ 5, ਇਹਦੀਆਂ 5 ਨੰਬਰ ਆਫ ਬੌਂਡਸ ਹੈ, 4 ਰੈਜ਼ੋਨੇਟਿੰਗ ਸਟਰਕਚਰਸ ਹੈ, 5/4 = 1.25। ਮਤਲਬ B ਜਾਂ ਫਿਰ C D ਦੇ ਵਿੱਚੋਂ ਇਹਦਾ ਕੋਈ ਵੀ ਆਨਸਰ ਹੋ ਸਕਦਾ ਹੈ ਨਾ। ਹੁਣ ਆਪਾਂ ਕੈਲਕੂਲੇਟ ਕਰਦੇ ਹਾਂ ਫਾਰਮਲ ਚਾਰਜ। ਫਾਰਮਲ ਚਾਰਜ ਕੀ ਹੁੰਦਾ, ਫਾਰਮਲ ਚਾਰਜ ਹੈ ਜਿਹੜਾ, ਪਹਿਲਾਂ ਆਪਾਂ ਕੈਲਕੂਲੇਟ ਕਰਾਂਗੇ ਕਿ ਫਾਰਮਲ ਚਾਰਜ ਆਕਸੀਜਨ ਡਬਲ ਬੌਂਡਡ ਆਕਸੀਜਨਸ ਦੇ ਉੱਪਰ ਕਿੰਨਾ ਹੈ, ਫਿਰ ਆਪਾਂ ਕੈਲਕੂਲੇਟ ਕਰਾਂਗੇ ਕਿ ਜਿਹੜਾ ਫਾਰਮਲ ਚਾਰਜ ਹੈ ਉਹ ਸਿੰਗਲ ਬੌਂਡ ਵਾਲੀ ਆਕਸੀਜਨ 'ਤੇ ਕਿੰਨਾ ਹੈ। ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗੂਗਾ ਦੇਖੋ ਫਾਰਮਲ ਚਾਰਜ ਹੁੰਦਾ ਕੀ ਹੈ। ਫਾਰਮਲ ਚਾਰਜ ਦਾ ਫਾਰਮੂਲਾ ਹੈ ਜਿਹੜਾ, ਫਾਰਮਲ ਚਾਰਜ ਦਾ ਫਾਰਮੂਲਾ ਹੁੰਦਾ ਹੈ ਫਾਰਮਲ ਚਾਰਜ = ਵੈਲੈਂਸ ਇਲੈਕਟ੍ਰੋਨਸ ਮਾਈਨਸ ਲੋਨ ਪੇਅਰਸ ਮਾਈਨਸ ਹਾਫ ਆਫ, ਮਤਲਬ ਬੌਂਡਿੰਗ ਇਲੈਕਟ੍ਰੋਨਸ, ਕਿੰਨੇ ਉਹਦੇ ਵਿੱਚ ਬੌਂਡਿੰਗ ਇਲੈਕਟ੍ਰੋਨਸ ਆ ਹੁੰਦੇ ਆ ਨੋਨ ਬੌਂਡਿੰਗ ਇਲੈਕਟ੍ਰੋਨਸ ਜਿਹੜੇ ਲੋਨ ਪੇਅਰ ਹੈ, ਅਤੇ ਬੌਂਡਿੰਗ ਇਲੈਕਟ੍ਰੋਨਸ ਕਿਹੜੇ ਹੁੰਦੇ ਆ ਜਿਹੜੇ ਬੌਂਡ ਬਣਾਉਂਦੇ ਆ। ਹੁਣ ਦੇਖੋ ਇਹਦੇ ਵਿੱਚ ਜੇ ਆਪਾਂ ਡਬਲ ਬੌਂਡ ਵਾਲੀ ਆਕਸੀਜਨ ਦਾ ਦੇਖੀਏ, ਡਬਲ ਬੌਂਡ ਵਾਲੀ ਆਕਸੀਜਨ ਦੇ ਉੱਤੇ ਫਾਰਮਲ ਚਾਰਜ ਕਿੰਨਾ, ਡਬਲ ਬੌਂਡ ਵਾਲੀ ਆਕਸੀਜਨ ਦੇ ਉੱਤੇ ਚਾਰਜ ਹੈ, ਡਬਲ ਬੌਂਡ ਵਾਲੀ ਆਕਸੀਜਨ ਹੈ ਜਿਹੜੀ, ਉਹਦੇ ਉੱਪਰ ਚਾਰਜ ਹੈ 6 ਕੀ ਹੈ, ਵੈਲੈਂਸ ਇਲੈਕਟ੍ਰੋਨਸ ਹੈ ਆਪਣੇ ਕੋਲ, 6 ਵੈਲੈਂਸ ਇਲੈਕਟ੍ਰੋਨਸ ਹੈ, ਮਾਈਨਸ 4 ਲੋਨ ਪੇਅਰਸ ਹੈ, ਮਾਈਨਸ ਹਾਫ 4 ਬੌਂਡਿੰਗ ਇਲੈਕਟ੍ਰੋਨਸ ਹੈ। ਤਾਂ ਜਿਹੜਾ ਚਾਰਜ ਹੈ ਉਹ ਆ ਜਾਊਗਾ 6 - 4 - 2 = 0। ਸਿੰਗਲ ਬੌਂਡ ਦੇ ਲਈ ਜੇਕਰ ਆਪਾਂ ਕੈਲਕੂਲੇਟ ਕਰੀਏ, ਸਿੰਗਲ ਬੌਂਡ ਦੇ ਲਈ, ਸਿੰਗਲ ਬੌਂਡ ਦੇ ਲਈ ਕਿੰਨਾ ਹੋਊਗਾ, ਸਿੰਗਲ ਬੌਂਡ ਦੇ ਲਈ ਵੈਲੈਂਸ ਇਲੈਕਟ੍ਰੋਨ 6 ਲੋਨ ਪੇਅਰਸ, 1 ਹੈ ਜਿਹੜਾ ਉਹ ਬੌਂਡਿੰਗ ਇਲੈਕਟ੍ਰੋਨ ਹੈ, ਹਾਫ ਮਤਲਬ 2 ਬੌਂਡਿੰਗ ਇਲੈਕਟ੍ਰੋਨ ਹੈ, ਕੈਂਸਲ ਹੋ ਕੇ 1 ਆ ਜਾਊਗਾ, ਅਤੇ = -1, ਮਤਲਬ 3 ਜਿਹੜੇ ਸਿੰਗਲ ਬੌਂਡ ਵਾਲੇ ਆਕਸੀਜਨ ਹੈ, ਤਾਂ ਟੋਟਲ ਉਹਨਾਂ ਦਾ ਚਾਰਜ -3 ਹੋ ਜਾਊਗਾ। ਟੋਟਲ ਜਿਹੜੇ ਆਕਸੀਜਨ ਹੈ ਉਹ ਕਿੰਨੇ ਹੈ, 4 ਹੈ, ਡਬਲ ਬੌਂਡ ਵਾਲੀ 'ਤੇ ਤਾਂ 0 ਹੈ, -3 + 0 ਮਤਲਬ ਤਿੰਨਾਂ 'ਤੇ ਜਿਹੜਾ ਚਾਰਜ ਹੈ ਉਹ -3 ਹੈ, ਫਾਰਮਲ ਚਾਰਜ 1 'ਤੇ 0 ਹੈ, ਤਾਂ ਟੋਟਲ ਚਾਰਜ -3 ਆ ਜਾਊਗਾ। ਟੋਟਲ ਨੰਬਰ ਆਫ ਆਕਸੀਜਨਸ ਕਿੰਨੇ ਆ 4। ਹੁਣ ਟੋਟਲ ਨੰਬਰ ਆਫ ਆਕਸੀਜਨ ਤਾਂ ਹੈਗੇ ਆ 4, -3 ਜਿਹੜਾ ਟੋਟਲ ਚਾਰਜ ਹੈ /4 = -0.75, ਤਾਂ ਆਨਸਰ ਆਪਣਾ ਕੀ ਆ ਜਾਊਗਾ B ਇਜ਼ ਕਰੈਕਟ ਆਨਸਰ। ਨੈਕਸਟ ਕੁਐਸਚਨ ਹੈ ਵਿਚ ਆਫ ਦ ਫੋਲੋਇੰਗ ਮੋਲੀਕਿਊਲ ਡਸ ਨਾਟ ਹੈਵ ਪਰਮਾਨੈਂਟ ਡਾਈਪੋਲ, ਕਿਹੜੇ ਮੋਲੀਕਿਊਲ ਦੇ ਕੋਲ ਪਰਮਾਨੈਂਟ ਡਾਈਪੋਲ ਨਹੀਂ ਹੈ। ਜਿਹੜਾ CS2 ਹੈ ਉਹਦੇ ਕੋਲ ਪਰਮਾਨੈਂਟ ਡਾਈਪੋਲ ਨਹੀਂ ਹੈ, ਕਿਉਂਕਿ ਇਹ ਲੀਨੀਅਰ ਮੋਲੀਕਿਊਲ ਆ, ਇੱਕ ਇਹ ਲੀਨੀਅਰ ਮੋਲੀਕਿਊਲ ਆ। ਦੇਖੋ ਇਹਦੇ ਇਕੁਅਲੀ ਡਿਸਟਰੀਬਿਊਟਡ ਹੈ ਜਿਹੜੇ ਇਲੈਕਟ੍ਰੋਨਸ ਹੈ, ਇਹਦਾ ਸਟਰਕਚਰ ਹੈ ਜਿਹੜਾ ਕੁਝ ਇਸ ਤਰੀਕੇ ਦਾ ਹੁੰਦਾ ਹੈ, ਲੀਨੀਅਰ ਮੋਲੀਕਿਊਲ ਹੈ, ਅਤੇ ਇਹਦੇ 'ਚ ਇਫੈਕਟ ਹੈ ਜਿਹੜਾ ਡਾਈਪੋਲ ਮੂਵਮੈਂਟ ਦਾ ਉਹ 0 ਹੋ ਜਾਂਦਾ ਹੈ।
ਤਾਂ ਇਹਦੇ ਕੋਲ ਪਰਮਾਨੈਂਟ ਡਾਈਪੋਲ ਨਹੀਂ ਹੈ। ਡੀ ਹੈ ਜਿਹੜਾ ਉਹ ਰਾਈਟ ਆਂਸਰ ਹੈ। ਨੈਕਸਟ ਹੈ ਪੀ ਪਾਈ ਡੀ ਪਾਈ ਬੌਂਡਿੰਗ ਇਜ਼ ਪ੍ਰੈਜੈਂਟ ਇਨ ਵਿਚ ਮਾਲੀਕਿਊਲ। ਪੀ ਪਾਈ ਡੀ ਪਾਈ ਬੌਂਡਿੰਗ ਹੈ ਜਿਹੜੀ ਉਹ ਕਿਹੜੇ ਮਾਲੀਕਿਊਲ ਦੇ ਵਿੱਚ ਪ੍ਰੈਜੈਂਟ ਹੈ। ਹੁਣ ਦੇਖੋ ਪੀ ਪਾਈ ਡੀ ਪਾਈ ਬੌਂਡਿੰਗ ਹੁੰਦੀ ਕੀ ਹੈ, ਜਿਹੜੇ ਪੀ ਇਲੈਕਟ੍ਰੋਨ ਹੈ ਸੈਂਟਰਲ ਐਟਮ ਦੇ, ਉਹ ਦੂਸਰੇ ਲਿਗੈਂਡ ਦੇ ਨਾਲ ਡੀ ਆਰਬਿਟਲ ਦੇ ਵਿੱਚ ਆਪਦੀ ਬੌਂਡਿੰਗ ਕਰਨ, ਉਹਨੂੰ ਆਪਾਂ ਪੀ ਪਾਈ ਡੀ ਪਾਈ ਕਹਿੰਦੇ ਹਾਂ। ਹੁਣ ਜਿਹੜਾ ਨਾਈਟ੍ਰੋਜਨ ਆਕਸੀਜਨ ਹੈ ਜਾਂ ਬੋਰੋਨ ਆਕਸੀਜਨ ਹੈ, ਕਾਰਬਨ ਆਕਸੀਜਨ ਹੈ, ਇਹਨਾਂ ਸਾਰਿਆਂ ਦੇ ਇਲੈਕਟ੍ਰੋਨ ਪੀ ਆਰਬਿਟਲ ਦੇ ਵਿੱਚ ਰਹਿ ਜਾਂਦੇ ਆ। ਆਕਸੀਜਨ ਦੇ ਵੀ, ਕਾਰਬਨ ਦੇ ਵੀ, ਆਕਸੀਜਨ ਦੇ ਵੀ ਅਤੇ ਕਾਰਬਨ ਦੇ ਵੀ, ਨਾਈਟ੍ਰੋਜਨ ਆਕਸੀਜਨ ਦੇ ਵੀ, ਆਕਸੀਜਨ ਦੇ ਵੀ ਪੀ ਦੇ, ਆਕਸੀਜਨ ਦੇ ਤਾਂ ਪੀ 'ਚ ਹੁੰਦੇ ਹੀ ਹੁੰਦੇ ਆ, ਠੀਕ ਹੈ। ਬੋਰੋਨ, ਨਾਈਟ੍ਰੋਜਨ ਅਤੇ ਕਾਰਬਨ ਇਹਨਾਂ ਦੇ ਵੀ ਪੀ 'ਚ ਹੀ ਹੁੰਦੇ, ਤੇ ਇਹਨਾਂ 'ਚ ਤਾਂ ਪੀ ਪਾਈ ਡੀ ਪਾਈ ਬੌਂਡਿੰਗ ਹੋ ਨਹੀਂ ਸਕਦੀ। ਬਚਿਆ ਕਿਹੜਾ SO3। ਹੁਣ SO3 'ਚ ਦੇਖੋ ਸਲਫਰ ਦੀ ਜਿਹੜੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਆ ਉਹ ਹੁੰਦੀ ਆ 4s2 3p4, ਠੀਕ ਹੈ। ਇਹਦਾ ਇਲੈਕਟ੍ਰੋਨਿਕ ਡਿਸਟਰੀਬਿਊਸ਼ਨ ਇਸ ਤਰੀਕੇ ਦੇ ਨਾਲ ਹੁੰਦੀ ਹੈ 1 2 3 4। ਜਿਹੜੇ ਇੱਧਰਲੇ ਇਲੈਕਟ੍ਰੋਨ ਹੈ ਐਕਸਾਈਟ ਹੋ ਕੇ ਕਿੱਧਰ ਚਲੇ ਜਾਂਦੇ ਆ, ਡੀ ਆਰਬਿਟਲਸ ਦੇ ਵਿੱਚ ਚਲੇ ਜਾਂਦੇ ਆ ਐਕਸਾਈਟ ਕਰਕੇ, ਤਾਂ ਇਹ ਕੀ ਕਰਦਾ ਹੈ, ਪੀ ਪਾਈ ਡੀ ਪਾਈ ਬੌਂਡਿੰਗ ਸ਼ੋ ਕਰਦਾ। ਤਾਂ ਆਨਸਰ ਕੀ ਹੈ, ਏ। ਨੈਕਸਟ ਹੈ ਵਿਚ ਆਫ ਦਾ ਫੋਲੋਇੰਗ ਹੈਜ਼ ਅ ਪਿਰਾਮਿਡਲ ਸ਼ੇਪ। ਪਿਰਾਮਿਡਲ ਸ਼ੇਪ ਕਿਹਦੇ ਕੋਲ ਹੁੰਦੀ ਹੈ, PCl3 ਦੇ ਕੋਲ। ਨੈਕਸਟ ਹੈ ਵੈਲੈਂਸੀ ਆਫ ਸਲਫਰ ਇਨ ਸਲਫਿਊਰਿਕ ਐਸਿਡ। ਹੁਣ ਇਹ ਤਾਂ ਬਹੁਤ ਈਜ਼ੀ ਕੁਐਸਚਨ ਹੈ, ਤੁਸੀਂ ਸਾਨੂੰ ਸਾਰਿਆਂ ਨੂੰ ਕੈਲਕੂਲੇਟ ਕਰਨਾ ਆਉਂਦਾ ਹੀ ਹੋਣਾ। H2SO4 ਇਹਦੀ ਵੈਲੈਂਸੀ ਹੈ ਜਿਹੜੀ 6 ਆਉਂਦੀ ਹੈ, ਕੈਲਕੂਲੇਟ ਕਰਕੇ ਦੇਖ ਲਿਓ, ਇਹਨੂੰ ਮਾਈਨਸ ਮੰਨ ਲਿਓ, ਇਹ ਨੈਗੇਟਿਵ ਚਾਰਜ ਹੁੰਦਾ ਹੈ ਆਕਸੀਜਨ ਤੇ ਪੋਜ਼ੀਟਿਵ ਹੁੰਦਾ, ਕੈਲਕੂਲੇਟ ਕਰਕੇ ਦੇਖਿਓ 6 ਆਊਗਾ। Number of electron involved in formation of N2, it is also too easy question। ਹੁਣ ਦੇਖੋ ਨੰਬਰ ਆਫ ਇਲੈਕਟ੍ਰੋਨਸ ਕਿੰਨੇ ਆ, 6 ਹੈ, C ਆਂਸਰ ਹੈ। Which of the following chemical bond is described as Koshal and Lewis? A option है metallic bond, B option है polar covalent bond, and C option है coordinate bond, D है ionic and ਕੋਵੇਲੈਂਟ ਬੌਂਡ। ਹੁਣ ਕੋਸ਼ਲ ਐਂਡ ਲਿਊਇਸ ਨੇ ਦੋਨਾਂ ਨੂੰ ਡਿਸਕ੍ਰਾਈਬ ਕੀਤਾ ਸੀਗਾ, ਆਇਨਿਕ ਨੂੰ ਵੀ ਐਂਡ ਕੋਵੇਲੈਂਟ ਨੂੰ ਵੀ। ਬੋਥ ਆਇਨਿਕ ਐਂਡ ਕੋਵੇਲੈਂਟ ਬੌਂਡ ਅਰਾਈਜ਼ ਫਰੋਮ ਦੀ ਟੈਂਡੈਂਸੀ ਆਫ ਐਟਮਸ ਟੂ ਅਟੇਨ ਦ ਸਟੇਬਲ ਇਲੈਕਟ੍ਰੋਨਿਕ ਕੌਨਫੀਗਰੇਸ਼ਨ, ਸਟੇਬਲ ਨੋਬਲ ਗੈਸ ਕੌਨਫੀਗਰੇਸ਼ਨ। ਆਂਸਰ ਕੀ ਹੈ, ਡੀ ਹੈ, ਰਾਈਟ ਆਂਸਰ ਕੀ ਹੈ, ਡੀ। ਨੈਕਸਟ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਦਾ ਪ੍ਰੋਪਰਟੀ ਆਫ ਆਇਨਿਕ ਬੌਂਡ। ਕਿਹੜੀ ਜਿਹੜੀ ਆਇਨਿਕ ਬੌਂਡ ਦੀ ਪ੍ਰੋਪਰਟੀ ਨਹੀਂ ਹੈਗੀ। ਹੁਣ ਦੇਖੋ ਲਾਸ ਆਫ ਇਲੈਕਟ੍ਰੋਨਸ, ਗੇਨ ਆਫ ਇਲੈਕਟ੍ਰੋਨਸ, ਸ਼ੇਅਰਿੰਗ ਆਫ ਇਲੈਕਟ੍ਰੋਨ ਜਾਂ ਫਿਰ ਟਰਾਂਸਫਰ ਆਫ ਇਲੈਕਟ੍ਰੋਨਸ। ਲਾਸ ਆਫ ਇਲੈਕਟ੍ਰੋਨ ਵੀ ਹੁੰਦੇ ਆ ਆਇਨਿਕ 'ਚ, ਗੇਨ ਵੀ ਹੁੰਦੇ ਆ, ਟਰਾਂਸਫਰ ਵੀ ਹੁੰਦੇ ਆ, ਸ਼ੇਅਰਿੰਗ ਆਫ ਇਲੈਕਟ੍ਰੋਨ ਇਹਦੀ ਪ੍ਰੋਪਰਟੀ ਨਹੀਂ ਹੈਗੀ। ਨੈਕਸਟ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਐਨ ਐਗਜ਼ਾਮਪਲ ਆਫ ਕੋਵੇਲੈਂਟ ਬੌਂਡ। ਦੇਖੋ ਇਹਨਾਂ ਦੇ ਵਿੱਚੋਂ ਕਿਹੜਾ ਹੈ ਜਿਹੜਾ ਕੋਵੇਲੈਂਟ ਬੌਂਡ ਨਹੀਂ ਹੈਗਾ। ਹੁਣ ਦੇਖੋ ਸ਼ੇਅਰਿੰਗ ਦੇ ਨਾਲ ਅਮੋਨੀਆ ਵੀ ਬਣਦਾ ਹੈਗਾ ਜੀ, ਆ ਵੀ ਸ਼ੇਅਰਿੰਗ ਦੇ ਨਾਲ ਬਣਦਾ, CF4 ਹੈਗਾ ਜੀ, ਇਹ ਵੀ HF ਵੀ ਸ਼ੇਅਰਿੰਗ ਦੇ ਨਾਲ ਬਣਿਆ ਹੈਗਾ। ਇਹ ਵੀ ਬਚਿਆ ਕਿ ਲੀਥੀਅਮ ਫਲੋਰੀਨ। ਲੀਥੀਅਮ ਦੇ ਫਲੋਰਾਈਡ ਦੇ ਵਿੱਚ ਕੀ ਹੁੰਦਾ ਹੈ, ਇੱਕ ਐਗਜ਼ਾਮਪਲ ਆਫ ਆਇਨਿਕ ਬੌਂਡ ਹੈ, ਫਾਰਮੇਸ਼ਨ ਹੈ ਜਿਹੜੀ ਉਹ ਕਾਹਦੇ ਨਾਲ ਬਣਦੀ ਹੈ, ਟਰਾਂਸਫਰ ਆਫ ਇਲੈਕਟ੍ਰੋਨਸ ਦੇ ਨਾਲ ਹੁੰਦੀ ਹੈ, ਇਹਦੇ ਵਿੱਚ ਸ਼ੇਅਰਿੰਗ ਦੇ ਨਾਲ ਨਹੀਂ ਹੁੰਦੀ। ਤਾਂ ਸੋ ਰਾਈਟ ਆਂਸਰ ਕਿਹੜਾ ਬਣੂਗਾ ਆਪਣਾ, A ਇਜ਼ ਰਾਈਟ ਆਪਸ਼ਨ। Next is which is the given statement is true or false? Ionic bonds are non-directional। Ionic bond है ਜਿਹੜੇ ਉਹ non-directional ਹੁੰਦੇ ਆ, ਇਹ true ਹੈ ਕਿ false ਹੈ? ਇਹ true ਹੈ ਕਿਉਂਕਿ covalent bond ਹੈ ਜਿਹੜੇ ਉਹ directional ਹੁੰਦੇ ਆ, ionic ਹੈ। An atom differ from its ion in which among the following? Atom ਹੈ ਜਿਹੜਾ ਆਪਦੇ ions ਤੋਂ differ ਕਰਦਾ ਹੈ, ਕਿਹੜੀ option ਇਹਦੇ ਵਿੱਚੋਂ right ਹੈ? ਮਾਸ ਨੰਬਰ ਦੇ ਵਿੱਚ ਵੀ ਉਹ differ ਨਹੀਂ ਕਰਦਾ, ਐਟੋਮਿਕ ਨੰਬਰ 'ਚ ਵੀ ਨਹੀਂ ਕਰਦਾ, ਨਿਊਟਰੋਨ 'ਚ ਵੀ ਨਹੀਂ ਕਰਦਾ। ਨੰਬਰ ਆਫ ਪ੍ਰੋਟੋਨਸ, ਡੀ ਹੈ ਜਿਹੜਾ ਉਹਦਾ ਰਾਈਟ ਆਂਸਰ ਹੈ। ਵਿਚ ਅਮੰਗ ਦਾ ਫੋਲੋਇੰਗ ਇਜ਼ ਨਾਟ ਅ ਬੋਥ ਮੋਲੀਕਿਊਲ ਐਂਡ ਕੰਪਾਊਂਡ। ਜਿਹੜਾ NaCl ਹੈ ਉਹ ਸਿਰਫ ਕੰਪਾਊਂਡ ਬਣਾਉਂਦਾ ਹੈ, ਠੀਕ ਹੈ। ਬਾਕੀ ਜਿਹੜੇ ਤਿੰਨ ਆ ਉਹ ਸ਼ੋ ਕਰਦੇ ਆ ਮੋਲੀਕਿਊਲ ਵੀ ਅਤੇ ਕੰਪਾਊਂਡ ਕਰੈਕਟਰ ਵੀ। ਨੈਕਸਟ ਹੈ ਬਰੀਲੀਅਮ 2 ਪੋਜ਼ੀਟਿਵ ਇਜ਼ ਆਈਸੋ ਇਲੈਕਟ੍ਰੋਨਿਕ ਵਿਦ ਵਿਚ ਆਫ ਦਾ ਫੋਲੋਇੰਗ। ਬਰੀਲੀਅਮ 2 ਪੋਜ਼ੀਟਿਵ ਹੈ ਜਿਹੜਾ ਉਹ ਕਿਹਦੇ ਨਾਲ ਆਈਸੋ ਇਲੈਕਟ੍ਰੋਨਿਕ ਹੈ?
ਹੁਣ ਦੇਖੋ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਬਰੀਲੀਅਮ 2 ਪੋਜ਼ੀਟਿਵ ਦੀ ਕਿੰਨੀ ਹੁੰਦੀ ਹੈ 1s2 ਹੋ ਚੁੱਕੀ ਇਹਦੀ ਕਿਉਂਕਿ 2 ਇਲੈਕਟ੍ਰੋਨ ਤਾਂ ਉਹਨੇ ਲਾਸ ਕਰਤੇ। ਹਾਈਡਰੋਜਨ ਪੋਜ਼ੀਟਿਵ ਦੀ ਜਿਹੜੀ ਉਹ 1s0 ਹੋ ਚੁੱਕੀ ਕਿਉਂਕਿ 1 ਇਲੈਕਟ੍ਰੋਨ ਉਹਨੇ ਲਾਸ ਕਰਤਾ। ਸੋਡੀਅਮ ਪੋਜ਼ੀਟਿਵ ਦੀ ਜਿਹੜੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਹੈ ਉਹ ਹੋਊਗੀ 1s2 2s2 2p6 10 ਇਲੈਕਟ੍ਰੋਨਸ ਦੇ ਵਿੱਚ ਆਉਂਦੇ ਆ। ਮੈਗਨੀਸ਼ੀਅਮ 2 ਪੋਜ਼ੀਟਿਵ ਦੀ ਵੀ ਮੈਗਨੀਸ਼ੀਅਮ 2 ਪੋਜ਼ੀਟਿਵ ਦੀ ਵੀ ਕੀ ਹੈ ਮੈਗਨੀਸ਼ੀਅਮ 2 ਪੋਜ਼ੀਟਿਵ ਦੀ ਵੀ ਕੀ ਹੈ 1s2 2s2 2p6 10 ਇਲੈਕਟ੍ਰੋਨਸ ਇਹਦੇ 'ਚ ਆਉਂਦੇ ਆ। ਤਾਂ ਆਈਸੋ ਇਲੈਕਟ੍ਰੋਨਿਕ ਲੀਥੀਅਮ ਪੋਜ਼ੀਟਿਵ ਦੇ ਨਾਲ ਹੈ ਬਰੀਲੀਅਮ ਕਿਉਂਕਿ ਲੀਥੀਅਮ ਦਾ ਜਿਹੜਾ ਨੰਬਰ ਹੈ ਉਹ 3 ਹੁੰਦਾ ਅਤੇ ਇਹਦੀ ਵੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਹੈ ਜਿਹੜੀ ਉਹ 1s2 ਆ ਜਾਂਦੀ ਹੈ ਜਿਵੇਂ ਕਿ ਇਹਦੀ ਆਉਂਦੀ ਹੈ ਲੀਥੀਅਮ ਦੀ ਆਉਂਦੀ ਹੈ 1s2। ਵਿਚ ਆਫ ਦਾ ਫੋਲੋਇੰਗ ਇਜ਼ ਪੋਲਰ ਮੋਲੀਕਿਊਲ ਕਿਹੜਾ ਮੋਲੀਕਿਊਲ ਹੈ ਜਿਹੜਾ ਪੋਲਰ ਹੈ ਇਸ ਕੁਐਸਚਨ